पैसे दे विच खुभ गए हो, मां बोली भी हुण भुल गई है। दित्ती पुरखा गंढ सी विरसे नूं, वो फीता फीता खुल गई है। करदे बब्बरा गल हुण कल्चर दी, जिहड़ा कदे भी गल नाल लाया ही नहीं। अज कढदे गुस्सा बच्चियां ते, कदे टाइम कढ समझाया ही नहीं। पेरेंट्स ਉਹਨਾਂ ਨੂੰ ਇੰਨੇ ਜ਼ਿਆਦਾ ਕੰਪੀਟੀਸ਼ਨ 'ਚ ਪਾ ਦਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਿੱਦਾਂ ਭੰਗੜਾ ਪਾ ਕੇ ਤੁਸੀਂ ਕੀ ਕਰਨਾ ਹੈ, ਪੰਜਾਬੀ ਬੋਲ ਕੇ ਤੁਸੀਂ ਕੀ ਕਰਨਾ ਹੈ, ਗੋਰਿਆਂ ਦੇ ਨਾਲ ਜਾਓ, ਖੇਡੋ, ਗੋਰਿਆਂ ਵਾਲੀਆਂ ਕੰਮ ਕਰੋ ਤਾਂ ਕਿ ਤੁਸੀਂ ਉਹਨਾਂ ਦੇ ਨਾਲ ਫਿਟ ਇਨ ਹੋ। ਆਪਾਂ ਆਪਣੇ ਬੱਚਿਆਂ ਨੂੰ ਜੇ ਉਹ ਪੰਜਾਬੀ ਕਲਚਰ ਦੇ ਨਾਲ ਜੋੜਾਂਗੇ ਹੀ ਨਹੀਂ, ਫਿਰ ਆਪਾਂ ਪੰਜਾਬੀ ਅੱਗੇ ਵਧਾਉਣ ਦੀ ਆਪਾਂ ਉਹਨਾਂ ਕੋ ਐਕਸਪੈਕਟੇਸ਼ਨ ਨਹੀਂ ਰੱਖ ਸਕਦੇ। ਜਵਾਈ ਵਧੀਆ ਪੰਜਾਬੀ ਚਾਹੀਦਾ, ਪੰਜਾਬੀ ਬੋਲਦਾ ਹੋਵੇ, ਸਾਡੇ ਪੰਜਾਬੀ ਕਲਚਰ ਨਾਲ ਜੁੜਿਆ ਹੋਵੇ, ਪਰ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਉਹ ਸਿਖਾ ਰਹੇ, ਤਾਂ ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਅਗਲੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਿਖਾ ਰਹੇ ਆ? I can only test my students on what I've taught them. ਹੁਣ ਜੇ ਮੈਂ ਬਾਇਓਲੋਜੀ ਪੜਾਉਣਾ ਤੇ ਮੈਂ ਟੈਸਟ ਮੈਥ ਦਾ ਪਾ ਦਵਾਂ ਤਾਂ ਸਾਰੇ ਫੇਲ ਨੇ। ਸੋ ਤੁਸੀਂ ਫਿਲਮਾਂ ਦੇਖ ਕੇ ਜਾਂ ਇੱਧਰ ਉੱਧਰ ਦੇ ਸਟੀਰੀਓਟਾਈਪਸ ਦੇਖ ਕੇ ਨਾ ਸੋਚੋ ਕਿ ਤੁਹਾਨੂੰ ਪੰਜਾਬ ਦਾ ਪਤਾ ਹੈ। ਪੰਜਾਬ ਨੂੰ ਜਾਣਨ ਲਈ ਪੰਜਾਬ ਜਾਓ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਫੇਸ ਟੂ ਫੇਸ ਦੇ ਵਿੱਚ। ਮੈਂ ਤੁਹਾਡਾ ਆਪਣਾ ਸਨੀ ਬੱਬਰ ਲੈ ਕੇ ਹਾਜ਼ਰ ਇੱਕ ਨਵਾਂ ਨਕੋਰ ਐਪੀਸੋਡ ਅੰਡਰ ਕਿਮੀ ਵਰਮਾ ਪ੍ਰੋਡਕਸ਼ਨਸ। ਔਰ ਸ਼ੁਰੂਆਤ ਇੱਕ ਪਿਆਰੀਆਂ ਜਿਹੀ ਲਾਈਨਾਂ ਤੋਂ ਕਰਨੀ ਚਾਹੁੰਦਾ ਕਿ ਕੰਪੀਟੀਸ਼ਨ ਹੋਵੇ ਤਾਂ ਹੈਲਥੀ ਹੋਵੇ, ਬੰਦਾ ਦਿਲ ਦਾ ਪੂਰਾ ਵੈਲਥੀ ਹੋਵੇ। ਬੱਬਰਾ ਮਜ਼ਾ ਜਿਉਣ ਦਾ ਫੇਰ ਹੀ ਆਉਂਦਾ ਹੈ ਜਦੋਂ ਲਾਈਫ ਸਟਾਈਲ ਸਟੈਲਥੀ ਹੋਵੇ। ਸਟੈਲਥੀ ਲੋ ਪ੍ਰੋਫਾਈਲ ਲਾਈਫ ਸਟਾਈਲ ਹੋਣਾ ਚਾਹੀਦਾ ਇਨਸਾਨ ਦਾ। ਮਾਲਕ ਹਰ ਇੱਕ ਨੂੰ ਤਵੱਜੋ ਬਖਸ਼ੇ, ਸਬਰ ਸੰਤੋਖ ਬਖਸ਼ੇ। ਦੌਲਤਾਂ ਸ਼ੌਹਰਤਾਂ ਹਰ ਕੋਲ ਹੁੰਦੀਆਂ ਨੇ, ਪਰ ਉਹਨਾਂ ਦਾ ਜਿਹੜਾ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਤੇ ਅੱਜ ਇੱਕ ਉਹੀ ਮੁਟਿਆਰ ਜਿਹੜੀ ਤੁਹਾਡੇ ਨਾਲ ਇੰਟਰੋਡਿਊਸ ਅਸੀਂ ਕਰਵਾ ਰਹੇ ਹਾਂ, ਜਿਹਨੇ ਅਹੁਦਾ ਬਹੁਤ ਉੱਚਾ ਐਜੂਕੇਸ਼ਨ ਦੇ ਵਿੱਚ ਵੀ ਹਾਸਲ ਕੀਤਾ, ਕਮਿਊਨਿਟੀ ਦੇ ਵਿੱਚ ਸੇਵਾ ਵੀ ਬਹੁਤ ਕਰਦੀ ਹੈ। ਬਹੁਤ ਸਾਰੇ ਵੈਂਚਰਸ ਜਿਹੜੇ ਨੇ ਉਹਨੇ ਕੀਤੇ ਨੇ, ਇੰਡੀਆ ਵੀ ਜਾਂਦੇ ਨੇ, ਉੱਥੇ ਵੀ ਸੇਵਾ ਦੇ ਵਿੱਚ ਯਕੀਨ ਰੱਖਦੇ, ਆਪਣਾ ਪੂਰਾ ਟਾਈਮ ਉਹ ਦਿੰਦੇ ਹੈ। ਤੇ ਨਵਨੀਤ ਚਾਹਲ ਅੱਜ ਸਾਡੇ ਨਾਲ ਹੈ। ਉਹਨਾਂ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਐਜੂਕੇਸ਼ਨ ਦਾ ਸੁਮੇਲ ਜਿਹੜਾ ਹੈ, ਇੱਕ ਹੰਬਲ ਇਨਸਾਨ ਕਮਿਊਨਿਟੀ ਦੇ ਨਾਲ ਉਦੋਂ ਹੀ ਬਣਾ ਸਕਦਾ ਹੈ ਜਦੋਂ ਉਹਨੂੰ ਕਮਿਊਨਿਟੀ ਦੀ ਪ੍ਰੋਪਰ ਵੈਲਿਊਜ਼ ਦੀ ਸਮਝ ਹੋਵੇ। ਆਪਣੀ ਰੂਟਸ ਦੇ ਨਾਲ ਇਨਸਾਨ ਜਿਹੜਾ ਜੁੜਿਆ ਹੁੰਦਾ ਹੈ, ਉਹ ਕਦੇ ਵੀ ਪੰਜਾਬੀ ਤੇ ਪੰਜਾਬੀਅਤ ਨੂੰ ਭੁਲਾ ਨਹੀਂ ਸਕਦਾ। ਤੇ ਸ਼ੁਰੂਆਤ ਕਰਦੇ ਹਾਂ, ਸਵਾਗਤ ਕਰਦੇ ਹਾਂ ਸਾਡੀ ਛੋਟੀ ਭੈਣ ਨਵਨੀਤ ਦਾ। ਨਵਨੀਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ ਯੋਰ ਸ਼ੋ। ਤੇ ਤੁਸੀਂ ਇੱਕ ਬਹੁਤ ਸੋਹਣੇ ਸ਼ੇਅਰ ਦੇ ਨਾਲ ਸ਼ੁਰੂਆਤ ਕੀਤੀ ਤੇ ਤੁਹਾਡੀ ਕਾਪੀ ਮੈਂ ਪਿੱਛੇ ਦੇਖ ਲਈ ਸੀਗੀ। ਅੱਛਾ, ਚੋਰੀ? ਤੇ ਮੈਂ ਇੱਕ ਚੋਰੀ ਕੀਤਾ ਤੇ ਮੈਂ ਕੁਝ ਕਹਿਣਾ ਚਾਹੂੰਗੀ ਜੀ। ਰੱਬ ਨੇ ਦਿੱਤੀ ਜੋਰ ਜਵਾਨੀ, ਮਾਣ ਕਦੇ ਨਾ ਕਰੀਏ, ਬਿਲਕੁਲ ਜਿਨ੍ਹਾਂ ਕੋਲੋਂ ਲਈ ਸਿੱਖਿਆ, ਸਿਰ ਚਰਨੀ ਉਹਨਾਂ ਦੇ ਧਰੀਏ। ਥੈਂਕ ਯੂ ਸੋ ਮਚ, ਕਿਉਂਕਿ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਹੰਕਾਰ ਨਹੀਂ ਕਰਨਾ ਚਾਹੀਦਾ। ਜਿਹੜੇ ਉਸਤਾਦਾਂ ਤੋਂ ਸਿੱਖੇ ਹੋ, ਬੇਸ਼ੱਕ ਉਹ ਤੁਹਾਡੇ ਪੇਰੈਂਟਸ ਨੇ, ਭਾਵੇਂ ਉਹ ਤੁਹਾਡੇ ਸਪਾਊਸ ਨੇ, ਈਵਨ ਯੋਰ ਕੋ-ਵਰਕਰਸ, ਉਹਨਾਂ ਦਾ ਸਾਨੂੰ ਮਾਣ ਸਤਿਕਾਰ ਹਮੇਸ਼ਾ ਕਰਦੇ ਰਹਿਣਾ ਚਾਹੀਦਾ। ਕਿਵੇਂ ਹੋ, ਠੀਕ ਠਾਕ ਹੋ ਅੱਜ? ਹਾਂਜੀ ਭਾਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਹਾਂਜੀ, ਥੈਂਕ ਯੂ ਸੋ ਮਚ, ਤੁਸੀਂ ਸਮਾਂ ਕੱਢਿਆ, ਅੱਜ ਪਹੁੰਚੇ ਹੋ। ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਕੰਮ ਤੋਂ ਇਲਾਵਾ ਹੋਰਾਂ ਚੀਜ਼ਾਂ ਦੇ ਵਿੱਚ ਸਮਾਂ ਕੱਢੇ ਤਾਂ ਉਹਦੀ ਹੌਬੀ ਜਿਹੜੀ ਰੂਹ ਦੀ ਖੁਰਾਕ ਪੂਰੀ ਹੁੰਦੀ ਹੈ। ਤੇ ਸਾਨੂੰ ਸ਼ੁਰੂਆਤ ਹੌਬੀ ਤੋਂ ਆਪਾਂ ਕਰਦੇ ਹਾਂ ਕਿ ਰੂਹ ਦੀ ਖੁਰਾਕ ਨਵਨੀਤ ਕਿਵੇਂ ਪੂਰੀ ਕਰਦੀ ਹੈ ਜ਼ਿੰਦਗੀ 'ਚ ਅੱਜ ਕੱਲ੍ਹ? ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਮੇਰੀਆਂ ਕਾਫੀ ਸਾਰੀਆਂ ਖੁਰਾਕਾਂ ਨੇ। ਸੋ ਮੇਰੀ ਰੂਹ ਦੀ ਖੁਰਾਕ ਹੈਗੀ ਆ ਕਮਿਊਨਿਟੀ ਸਰਵਿਸ ਫॉर ਸ਼ੋਰ ਜੀ। ਮੈਂ ਬਿਲੀਵ ਕਰਦੀ ਹਾਂ ਗਿਵਿੰਗ ਬੈਕ ਟੂ ਦ ਕਮਿਊਨਿਟੀ। ਸੋ ਮੈਂ 2 ਆਰਗੇਨਾਈਜੇਸ਼ਨਸ ਫਾਊਂਡ ਕੀਤੀਆਂ ਹੈ। ਪਹਿਲੀ ਹੈਗੀ ਆ ਇੰਟਰਨੈਸ਼ਨਲ ਸਿੱਖ ਕਾਉਂਸਲ ਫॉर ਵੂਮਨ, ਜਿਹੜੀ ਆਪਣੇ ਸਿੱਖੀ ਪ੍ਰਿੰਸੀਪਲਸ ਨੂੰ ਫੋਲੋ ਕਰਦੀ ਹੈ, ਜਿਹੜੇ ਸਾਨੂੰ ਸਿਖਾਉਂਦੇ ਆ ਕਿ ਤੁਸੀਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਆਪਾਂ ਤਿੰਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਦਿਲ ਦੇ ਕੋਲ ਰੱਖਦੇ ਹੋਏ ਸਭ ਦੀ ਮਦਦ ਕਰਨ 'ਚ ਕੋਸ਼ਿਸ਼ ਕਰਦੇ ਹਾਂ। ਦੂਸਰੀ ਹੈਗੀ ਹੈ ਪੰਜਾਬੀ ਕਲਚਰਲ ਕਲੱਬ ਆਫ ਅਮਰੀਕਾ, ਕਿਉਂਕਿ ਮੇਰੇ ਖਿਆਲ ਦੇ ਨਾਲ ਜਿਹੜਾ ਪੰਜਾਬੀ ਕਲਚਰ ਹੈ ਤੇ ਜਿਹੜਾ ਆਪਣਾ ਰਿਲੀਜਨ ਹੈ, ਉਹ 2 ਵੱਖ-ਵੱਖ ਚੀਜ਼ਾਂ ਨੇ। ਤਾਂ ਆਪਣੇ ਯੂਥ ਨੂੰ ਆਪਣੇ ਕਲਚਰ ਦੇ ਨਾਲ ਜੋੜਨ ਲਈ, ਕਿਉਂਕਿ ਉਹ ਅਮਰੀਕਾ 'ਚ ਰਹਿੰਦੇ ਨੇ, ਪਰਾਇਆ ਦੇਸ਼ ਹੈ, ਇੱਥੇ ਹੋਰ ਵੀ ਬਹੁਤ ਸਾਰੇ ਸੋਹਣੇ ਕਲਚਰ ਨੇ, ਤੇ ਉਹ ਕਿਤੇ ਆਪਣਾ ਕਲਚਰ ਭੁੱਲ ਨਾ ਜਾਣ, ਇਹਦੇ ਕਰਕੇ ਆਪਾਂ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜੇ ਰੱਖਣ ਲਈ ਪੰਜਾਬੀ ਕਲਚਰਲ ਕਲੱਬ ਆਫ ਅਮਰੀਕਾ ਸ਼ੁਰੂ ਕੀਤਾ ਹੈ। ਇਹਨਾਂ ਆਰਗੇਨਾਈਜੇਸ਼ਨ ਮੈਂ ਵਾਪਸ ਆਵਾਂਗਾ ਇਵੈਂਚੁਅਲੀ। ਤੁਸੀਂ ਕਲਚਰ ਦੀ ਗੱਲ ਕੀਤੀ ਹੈ, ਆਪਣੇ ਯੂਥ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਹੈ। ਆਪਣੀ ਕਮਿਊਨਿਟੀ ਦੇ ਵਿੱਚ ਹਾਊ ਆਰ ਯੂ ਪ੍ਰਮੋਟਿੰਗ ਦ ਯੂਥ ਟੂ ਸਟੇ ਕਨੈਕਟਡ ਵਿਦ ਦ ਰੂਟਸ ਐਟ ਦ ਮੋਮੈਂਟ? ਦੇਖੋ ਭਾਜੀ, ਮੈਂ ਇਹ ਗੱਲ ਦੇਖਿਆ, ਮੈਂ 18 ਸਾਲ ਦੀ ਸੀਗੀ ਜਦੋਂ ਮੈਂ ਅਮਰੀਕਾ 'ਚ ਆਈ, ਤੇ ਮੈਂ ਨੋਟਿਸ ਕੀਤਾ ਕਿ ਇੱਥੇ ਜਦੋਂ ਬੱਚੇ ਆਉਂਦੇ ਨੇ
ਪੇਰੈਂਟਸ ਉਹਨਾਂ ਨੂੰ ਇੰਨੇ ਜ਼ਿਆਦਾ ਕੰਪੀਟੀਸ਼ਨ 'ਚ ਪਾ ਦਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਿੱਦਾਂ ਭੰਗੜਾ ਪਾ ਕੇ ਤੁਸੀਂ ਕੀ ਕਰਨਾ ਹੈ, ਪੰਜਾਬੀ ਬੋਲ ਕੇ ਤੁਸੀਂ ਕੀ ਕਰਨਾ ਹੈ, ਗੋਰਿਆਂ ਦੇ ਨਾਲ ਜਾਓ, ਖੇਡੋ, ਗੋਰਿਆਂ ਵਾਲੀਆਂ ਕੰਮ ਕਰੋ ਤਾਂ ਕਿ ਤੁਸੀਂ ਉਹਨਾਂ ਦੇ ਨਾਲ ਫਿਟ ਇਨ ਹੋ। ਪਰ ਜਿਵੇਂ ਸਮਾਂ ਲੰਘਦਾ ਹੈ ਪੇਰੈਂਟਸ ਰਿਅਲਾਈਜ਼ ਕਰਦੇ ਆ ਕਿ ਉਹ ਸਾਡੇ ਬੱਚੇ ਤਾਂ ਪੰਜਾਬੀ ਨਹੀਂ ਬੋਲਦੇ, ਉਹ ਮੈਂ ਤਾਂ ਪੰਜਾਬੀ ਕੁੜੀ ਮੁੰਡੇ ਨਾਲ ਵਿਆਹ ਕਰਾਉਣਾ ਸੀ। ਪਰ ਆਪਾਂ ਆਪਣੇ ਬੱਚਿਆਂ ਨੂੰ ਜੇ ਉਹ ਪੰਜਾਬੀ ਕਲਚਰ ਦੇ ਨਾਲ ਜੋੜਾਂਗੇ ਹੀ ਨਹੀਂ, ਫਿਰ ਆਪਾਂ ਪੰਜਾਬੀ ਅੱਗੇ ਵਧਾਉਣ ਦੀ ਆਪਾਂ ਉਹਨਾਂ ਕੋ ਐਕਸਪੈਕਟੇਸ਼ਨ ਨਹੀਂ ਰੱਖ ਸਕਦੇ। ਸੋ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦਾ ਬੈਰੀਅਰ ਹੈਗਾ ਉਹ ਹੈਗਾ ਪੇਰੈਂਟਸ। ਨਵਨੀਤ, ਕਮਿਊਨਿਟੀ ਦੇ ਵਿੱਚ ਆਪਾਂ ਗੱਲ ਕਰਦੇ ਆ, ਤੁਸੀਂ ਗੱਲ ਕੀਤੀ ਹੈ ਕਿ ਆਪਾਂ ਬਹੁਤ ਸਾਰੇ ਵੈਂਚਰਸ ਵਿੱਚ ਬੱਚਿਆਂ ਨੂੰ ਪਾਉਣਾ ਚਾਹੁੰਦੇ ਆ, ਬਲੈਂਡ ਇਨ ਕਰਨ ਦੀ ਕੋਸ਼ਿਸ਼ ਕਰਦੇ ਆ, ਬਟ ਐਟ ਦ ਮੋਮੈਂਟ ਮੈਨੂੰ ਇਹ ਵੀ ਲੱਗਦਾ ਕਿ ਆਪਣੀ ਜਿਹੜੀ ਕਮਿਊਨਿਟੀ ਆ ਉਹ ਪੈਸੇ ਦੀ ਦੌੜ 'ਚ ਫਸ ਚੁੱਕੀ ਹੈ। ਦੇਖੋ, ਆਈ ਥਿੰਕ ਆਪਾਂ ਇੱਕ ਪਰਾਏ ਮੁਲਕ 'ਚ ਰਹਿੰਦੇ ਆ, ਆਪਾਂ ਇੱਥੇ ਸਭ ਕੁਝ ਫਰੋਮ ਸਕ੍ਰੈਚ ਸ਼ੁਰੂ ਕਰਦੇ ਆ। ਸੋ ਇਹ ਡੈਫੀਨੇਟਲੀ ਆਪਾਂ ਸਾਰੇ ਫਾਈਨੈਂਸ਼ੀਅਲੀ ਸਟਰਗਲ ਕਰਦੇ ਆ, ਪੇਰੈਂਟਸ ਫਾਈਨੈਂਸ਼ੀਅਲੀ ਸਟਰਗਲ ਕਰਦੇ ਆ, ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਸਭ ਕੁਝ ਦੇਣਾ ਚਾਹੁੰਦੇ ਆ ਜੋ ਆਪਾਂ ਉਹਨਾਂ ਨੂੰ ਪਿੱਛੇ ਨਹੀਂ ਦੇ ਸਕੇ। ਪਰ ਉਹਦੇ ਨਾਲ ਨਾਲ ਸਾਨੂੰ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਇਹ ਪੈਸੇ ਦੀ ਦੌੜ 'ਚ ਜਾਂ ਆ ਜਿਹੜੀ ਦੁਨੀਆ ਦੀ ਚਾਮੋ ਚੱਕ ਵਿੱਚ ਕਿਤੇ ਆਪਾਂ ਆਪਣਾ ਕਲਚਰ ਨਾ ਭੁੱਲ ਜਾਈਏ। ਕਿਉਂਕਿ ਫਿਰ ਮੈਂ ਤੁਹਾਡਾ ਕੁਐਸਚਨ ਸੀਗਾ ਪਹਿਲਾਂ ਜੋ ਤੁਸੀਂ ਮੈਨੂੰ ਪੁੱਛਿਆ ਕਿ ਆਪਾਂ ਪੰਜਾਬੀ ਕਲਚਰ ਨਾਲ ਬੱਚਿਆਂ ਨੂੰ ਕਿਵੇਂ ਜੋੜਦੇ ਆ, ਜੋ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਬੱਚਿਆਂ ਤੋਂ ਜਾਣ ਤੋਂ ਪਹਿਲਾਂ ਮੈਂ ਉਹਨਾਂ ਦੇ ਪੇਰੈਂਟਸ ਕੋ ਜਾਂਦੀ ਆ ਤੇ ਮੈਂ ਕਹਿੰਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਜ਼ਿਆਦਾ ਪੰਜਾਬੀ ਨਾਲ ਜੋੜਨਾ ਚਾਹੁੰਦੇ ਹੋ, ਤੇ ਉਹ ਜਵਾਬ ਮੋਸਟਲੀ ਮੈਨੂੰ ਲੱਗਦਾ 8 ਆਊਟ ਆਫ 8 ਟਾਈਮਸ ਆਊਟ ਆਫ 10 ਹੁੰਦਾ ਹੈ ਕਿ ਹਾਂਜੀ ਜੀ ਆਪਾਂ ਆਪਣੇ ਬੱਚੇ ਨੂੰ ਪੰਜਾਬੀ ਭੰਗੜੇ 'ਚ ਪਾਇਆ ਹੋਇਆ, ਗਿੱਧੇ 'ਚ ਨਹੀਂ ਕਿਸੇ ਨੇ ਪਾਇਆ, ਭੰਗੜੇ 'ਚ ਪਾਇਆ ਹੋਇਆ। ਤੇ ਜਾਂ ਆਪਾਂ ਪੰਜਾਬੀ ਸਕੂਲ ਜਿਹੜਾ ਖਾਲਸਾ ਸਕੂਲ ਜਿਹਨੂੰ ਕਹਿੰਦੇ ਆ ਗੁਰਦੁਆਰੇ 'ਚ ਹੈਗੇ ਆ, ਪਰ ਖਾਲਸਾ ਸਕੂਲ 'ਚ ਤਾਂ ਤੁਸੀਂ ਤਾਂ ਪਾਇਆ ਤਾਂ ਕਿ ਤੁਹਾਡੇ ਬੱਚਿਆਂ ਨੂੰ ਇੱਕ ਹੋਰ ਭਾਸ਼ਾ ਨਾ ਲੈਣੀ ਪਵੇ ਤੇ ਤੁਹਾਨੂੰ ਕ੍ਰੈਡਿਟ ਮਿਲ ਜੇ। ਤੇ ਜਦੋਂ ਗੁਰਦੁਆਰੇ ਦੇ ਸਕੂਲ ਤੋਂ ਬਾਹਰ ਜਾਂਦੇ ਨੇ ਫਿਰ ਕੀ ਹੁੰਦਾ, ਉਹਨਾਂ ਨੂੰ ਤਾਂ ਪੰਜਾਬੀ ਆਉਂਦੀ ਨਹੀਂ। ਹਾਂਜੀ, ਐਗਜ਼ੈਕਟਲੀ, ਕਿਉਂਕਿ ਉਹ ਸੈਟਰਡੇ ਨੂੰ ਰੱਟੇ ਮਾਰਦੇ ਆ। ਸਾਡੇ ਘਰ 'ਚ ਵੀ ਹੁੰਦਾ, ਬੱਚੇ ਸੈਟਰਡੇ ਨੂੰ ਰੱਟੇ ਮਾਰ ਰਹੇ ਆ, ਸਵੇਰੇ ਪੰਜਾਬੀ ਸਕੂਲ 'ਚ ਜਾ ਕੇ A ਗ੍ਰੇਡ ਲੈ ਕੇ ਆ ਰਹੇ ਆ, ਸੰਡੇ ਨਾਈਟ ਦੀ ਆਪਾਂ ਨੂੰ ਪੰਜਾਬੀ ਕੀ ਹੈ ਪਤਾ ਹੀ ਨਹੀਂ ਅਗਲੇ ਸੈਟਰਡੇ ਤੱਕ। ਸੋ ਆਈ ਥਿੰਕ ਜਿਹੜਾ ਮੈਂ ਕਿਹਾ ਕਿ ਜਿਹੜਾ ਬੈਰੀਅਰ ਪੇਰੈਂਟਸ ਨੇ, ਆਈ ਥਿੰਕ ਐਜੂਕੇਟਿੰਗ ਦ ਪੇਰੈਂਟਸ ਇਜ਼ ਵੈਰੀ ਇੰਪੋਰਟੈਂਟ। ਤਾਂ ਮੈਂ ਉਹ ਕਰ ਰਹੀ ਹਾਂ ਕਿ ਤੁਸੀਂ ਕੱਲ ਨੂੰ ਤੁਸੀਂ ਨੌ ਲੱਭਣੀ ਆ ਪੰਜਾਬੀ ਜੀ, ਵਧੀਆ ਮੁਟਿਆਰ ਚਾਹੀਦੀ ਹੈ, ਔਰ ਵੀ ਜਵਾਈ ਚਾਹੀਦਾ, ਜਵਾਈ ਵਧੀਆ ਪੰਜਾਬੀ ਚਾਹੀਦਾ, ਪੰਜਾਬੀ ਬੋਲਦਾ ਹੋਵੇ, ਸਾਡੇ ਪੰਜਾਬੀ ਕਲਚਰ ਨਾਲ ਜੁੜਿਆ ਹੋਵੇ। ਪਰ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਉਹ ਸਿਖਾ ਰਹੇ, ਤਾਂ ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਅਗਲੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਿਖਾ ਰਹੇ ਆ। ਸੋ ਮੈਂ ਉਹ ਜਿਹੜਾ ਮੈਂ ਪੇਰੈਂਟਸ ਨੂੰ ਅਪਰੋਚ ਕਰ ਰਹੀ ਹਾਂ, that's the only way I'm doing it differently। ਤੁਸੀਂ ਜੜ ਫੜਨ ਦੀ ਕੋਸ਼ਿਸ਼ ਕਰ ਰਹੇ ਹੋ। ਹਾਂਜੀ, ਰੂਟ ਜਿਹੜੀ ਹੈ ਉਹ ਤੇ ਫੋਕਸ ਮੇਨ ਕਰਨਾ ਚਾਹੀਦਾ ਹੈ। ਇਵੈਂਚੁਅਲੀ ਦ ਰੂਟ will give us the fruit later। ਹਾਂਜੀ, ਹਨਾ, ਮੈਂ ਤਾਂ ਇਹ ਗੱਲ ਪਹਿਲਾਂ ਬਹੁਤ ਚਿਰ ਪਹਿਲਾਂ ਲਿਖੀ, ਜਦੋਂ ਤੁਸੀਂ ਕਲਚਰ ਦੀ ਗੱਲ ਕੀਤੀ, ਪੇਰੈਂਟਸ ਦੀ ਆਪਾਂ ਗੱਲ ਕਰਦੇ ਆ, ਹਨਾ ਬਈ, ਕਿਉਂ ਪੈਸੇ ਦੇ ਵਿੱਚ ਖੁੱਭ ਗਏ ਹੋ, ਮਾਂ ਬੋਲੀ ਵੀ ਹੁਣ ਭੁੱਲ ਗਈ ਹੈ, ਦਿੱਤੀ ਪੁਰਖਾਂ ਗੰਢ ਸੀ ਵਿਰਸੇ ਨੂੰ, ਹੋ ਫੀਤਾ ਫੀਤਾ ਖੁੱਲ ਗਈ ਹੈ, ਕਰਦੇ ਬੱਬਰਾ ਗੱਲ ਹੁਣ ਕਲਚਰ ਦੀ, ਜਿਹੜਾ ਕਦੇ ਵੀ ਗੱਲ ਨਾਲ ਲਾਇਆ ਹੀ ਨਹੀਂ, ਅੱਜ ਕੱਢਦੇ ਗੁੱਸਾ ਬੱਚਿਆਂ ਤੇ, ਕਦੇ ਟਾਈਮ ਕੱਢ ਸਮਝਾਇਆ ਹੀ ਨਹੀਂ। ਜਿਹੜਾ ਸਮਝਾਉਣਾ ਹੈ ਉਹਨਾਂ ਦੇ ਲਈ ਟੈਸਟ ਤਾਂ ਤੁਸੀਂ ਉਹਦਾ ਹੀ ਲੈ ਸਕਦੇ ਜਿਹਨੂੰ ਤੁਸੀਂ ਪੜ੍ਹਾਇਆ ਹੋਵੇ। ਬਿਲਕੁਲ। I mean, as a teacher, I can only test my students on what I've taught them। ਹੁਣ ਜੇ ਮੈਂ ਬਾਇਓਲੋਜੀ ਪੜਾਉਣਾ ਤੇ ਮੈਂ ਟੈਸਟ ਮੈਥ ਦਾ ਪਾ ਦਵਾਂ ਤਾਂ ਸਾਰੇ ਫੇਲ ਨੇ। ਹੁਣ ਜਦੋਂ ਆਪਾਂ ਉਸ ਚੀਜ਼ ਦੀ ਵਾਪਸ ਗੱਲ ਲਿਆਉਂਦੇ ਆ, ਕਮਿਊਨਿਟੀ ਦੇ ਵਿੱਚ ਤੁਸੀਂ ਸੇਵਾ ਕਰ, ਤੁਸੀਂ ਪੇਰੈਂਟਸ ਨੂੰ ਅਪਰੋਚ ਕਰਦੇ ਹੋ, ਤੁਸੀਂ ਰੂਟ ਫੜਦੇ ਹੋ, ਫਰੂਟ ਜਿਹਨੇ ਬਾਅਦ ਚ ਦੇਣਾ, ਤਾਂ ਕਿਹੋ ਜਿਹਾ ਬੂਟਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਫਿਰ? ਦੇਖੋ, ਕਹਿੰਦੇ ਆ ਨਾ, ਜਿੰਨਾ ਜ਼ਿਆਦਾ ਤੁਸੀਂ ਬੂਟੇ ਨੂੰ ਮਿਨਰਲਸ ਦੋਗੇ, ਪਾਣੀ ਦੋਗੇ, ਓਨਾ ਹੀ ਬੂਟਾ ਵਧੀਆ ਫਰੂਟ ਦੇਗਾ। ਬਿਲਕੁਲ। ਤੇ ਜਿਵੇਂ ਕਿ ਤੁਸੀਂ ਆਪਣੀ ਗੱਲ 'ਚ ਕਿਹਾ ਕਿ ਜੇ ਆਪਾਂ ਬੂਟੇ ਦੀ ਦੇਖਭਾਲ ਹੀ ਨਹੀਂ ਕਰਾਂਗੇ ਤੇ ਫਿਰ ਆਪਾਂ ਫਲ ਖਾਣ ਦੀ ਇੱਛਾ ਨਹੀਂ ਰੱਖ ਸਕਦੇ। ਤੇ ਆਈ ਥਿੰਕ ਆਪਣੇ ਜਿਹੜੇ ਪੰਜਾਬੀ ਪੇਰੈਂਟਸ ਨੇ ਸਪੈਸ਼ਲੀ, ਉਹਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ, ਹਾਂਜੀ ਉਹਨਾਂ ਨੂੰ ਪੜ੍ਹਾਓ, ਸਭ ਕੁਝ ਕਰਾਓ, ਪਰ ਪੰਜਾਬੀ ਕਲਚਰ ਦੇ ਨਾਲ ਜੋੜ ਕੇ ਵੀ ਰੱਖੋ। ਬਿਲਕੁਲ। ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਮੇਰਾ ਜਦੋਂ ਵਿਆਹ ਹੋਣ ਵਾਲਾ ਸੀਗਾ ਜੀ, ਜਦੋਂ ਰਿਸ਼ਤੇ ਵਗੈਰਾ ਆਉਂਦੇ ਸੀਗੇ, ਇੱਥੋਂ ਦੇ ਜਿਹੜੇ ਵਾਧੂ ਆਏ ਹੋਣੇ ਤੁਹਾਨੂੰ ਮੇਰੇ ਹਿਸਾਬ, ਰਿਸ਼ਤੇ ਜਦੋਂ ਆਉਂਦੇ ਸੀਗੇ, ਇੱਥੋਂ ਦੇ ਜੰਪਲ ਬੱਚਿਆਂ ਦੇ ਵੀ ਰਿਸ਼ਤੇ ਆਉਂਦੇ ਸੀਗੇ, ਤੇ ਇੱਥੋਂ ਦੇ ਜੰਪਲ ਜਿਹੜੇ ਸੀਗੇ, ਇੱਕ ਦੋ ਲੋਕਾਂ ਨੇ ਕਿਹਾ ਕਿ ਅੱਛਾ ਤੁਹਾਡਾ ਆਪਾਂ ਤਾਂ ਹਮੇਸ਼ਾ ਪੁੱਛਦੇ ਆ ਪਿੱਛੋਂ ਪਿੰਡ ਕਿਹੜਾ, ਕਿਉਂਕਿ ਸਾਡਾ ਤਾਂ ਸਾਰਿਆਂ ਦਾ ਪਿੱਛੋਂ ਪਿੰਡ ਹੈ, ਪੂਰਾ ਬਾਇਓਡਾਟਾ ਲੈਣਾ ਆਪਾਂ ਪਹਿਲਾਂ, ਹਾਂਜੀ, ਫਿਰ ਡਿਸੀਜਨ ਕਰਨਾ ਹੁੰਦਾ। ਹਾਂਜੀ, ਤੇ ਮੈਂ ਬੜੇ ਮਾਣ ਨਾਲ ਜੀ ਸਾਡਾ ਪਿੰਡ ਤਲਵੰਡੀ ਭਾਰਤ ਹੈ, ਤੇ ਉਹ
ਕਹਿੰਦੇ ਉਹ ਅੱਛਾ ਪਿੰਡਾਂ ਦੇ ਬੱਚੇ ਤਾਂ ਪੜ੍ਹੇ ਲਿਖੇ ਨਹੀਂ ਹੁੰਦੇ। ਤਾਂ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਚੁੱਭਦੀ ਸੀਗੀ ਤੇ ਮੈਂ ਆਪਣੇ ਪੇਰੈਂਟਸ ਨੂੰ ਕਿਹਾ, ਮੈਂ ਕਿਹਾ ਕਿ ਲੋਕਾਂ ਨੂੰ ਕੀ ਪਤਾ ਪਿੰਡਾਂ ਦੇ ਬੱਚਿਆਂ ਬਾਰੇ, ਜਿਹੜੇ ਪਿੰਡਾਂ ਦੇ ਪੇਰੈਂਟਸ ਕੋਲ ਹੈਗਾ ਉਹਨਾਂ ਕੋ ਜੇ ਹੈਗੀ ਆ ਸਹੂਲਤ, ਉਹ ਆਪਣੇ ਬੱਚਿਆਂ ਨੂੰ ਨੇੜ ਦੇ ਸ਼ਹਿਰ ਦੇ ਵਧੀਆ ਸਕੂਲਾਂ 'ਚ ਪੜ੍ਹਾਉਂਦੇ ਆ ਤੇ ਆਪਣੇ ਨਾਲ ਰੂਟਸ ਨਾਲ ਵੀ ਲਾ ਕੇ ਰੱਖਦੇ ਆ। ਮੈਂ ਵੀ ਪਿੰਡੋਂ ਆ, ਮੈਂ PhD ਕਰ ਗਈ, ਮੇਰੇ ਨਾਲ ਹੋਰ ਵੀ ਬਹੁਤ ਨੇ, ਮੇਰੀ ਫੈਮਿਲੀ ਦੇ ਨੇ, ਡਾਕਟਰਸ ਬਣ ਗਏ, ਲਾਇਰਸ ਬਣ ਗਏ। ਤਾਂ ਪਿੰਡਾਂ ਦੇ ਲੋਕਾਂ ਦਾ ਇਹ ਮਤਲਬ ਨਹੀਂ ਹੈ ਕਿ ਜਦੋਂ ਸੋਚਦੇ ਆ ਕਿ ਪਿੰਡਾਂ ਦੇ ਲੋਕ ਹੈ, ਉਹਨਾਂ ਨੂੰ ਲੱਗਦਾ ਪਿੰਡਾਂ ਦੇ ਲੋਕ ਹੈ ਤਾਂ ਇਹ ਬੇਬੇ ਤੂੰ ਕੀ ਕਰਦੀ ਨਹੀਂ, ਆਪਾਂ ਪਿੰਡਾਂ ਦੇ ਲੋਕ ਏਦਾਂ ਨਹੀਂ ਗੱਲ ਕਰਦੇ। ਤੇ ਜਿਹੜੇ ਫਿਲਮਾਂ ਨੇ ਸਟੀਰੀਓਟਾਈਪਸ ਬਣਾਏ ਹੋਏ ਆ, ਨਹੀਂ, ਆਪਾਂ ਪੰਜਾਬੀ ਓਦਾਂ ਦੇ ਨਹੀਂ ਹੈਗੇ। ਵੀ ਆਰ ਵੈਰੀ ਵੈਲ ਐਜੂਕੇਟਡ ਪੀਪਲ, ਵੀ ਆਰ ਵੈਰੀ ਵੈਲ ਐਸਟੈਬਲਿਸ਼ਡ ਐਂਡ ਪੰਜਾਬ ਤੇ ਇੰਨੇ ਸਾਲ ਅੰਗਰੇਜ਼ਾਂ ਦਾ ਰਾਜ ਨਹੀਂ ਹੋ ਪਾਇਆ ਬਿਕੋਜ਼ ਇਟ ਵਾਸ ਆਰ ਪੰਜਾਬੀ ਸਿੱਖ ਜਿਹੜੀ ਫੌਜ ਸੀਗੀ, ਬਿਕੋਜ਼ ਆਈਡੈਂਟਿਟੀ they could fight. So people need to know what Punjab is and what Punjabiyat is. So ਤੁਸੀਂ ਫਿਲਮਾਂ ਦੇਖ ਕੇ ਜਾਂ ਇੱਧਰ ਉੱਧਰ ਦੇ ਸਟੀਰੀਓਟਾਈਪਸ ਦੇਖ ਕੇ ਨਾ ਸੋਚੋ ਕਿ ਤੁਹਾਨੂੰ ਪੰਜਾਬ ਦਾ ਪਤਾ ਹੈ। ਪੰਜਾਬ ਨੂੰ ਜਾਣਨ ਲਈ ਪੰਜਾਬ ਜਾਓ। ਔਰ ਬਹੁਤ ਅੱਛੀ ਗੱਲ ਤੁਸੀਂ ਕਹੀ ਹੈ ਕਿ ਪੰਜਾਬ ਜਾਓ ਤੇ ਉੱਥੋਂ ਜਾ ਕੇ ਦੇਖੋ ਕਿ ਮਾਹੌਲ ਕੀ ਹੁੰਦਾ ਹੈ। ਔਰ ਮੈਂ ਗੱਲ ਆਡੀਅנס ਨੂੰ ਦੱਸਣੀ ਚਾਹੁੰਦਾ, ਮੇਰੇ ਫਾਦਰ ਸਾਹਿਬ ਹਮੇਸ਼ਾ ਗੱਲ ਕਹਿੰਦੇ ਹੁੰਦੇ ਸੀਗੇ ਕਿ ਜਿਹਨੇ ਪੜ੍ਹਨਾ ਨਾ ਉਹਨੇ ਤੱਪਣ ਵਾਲੇ ਸਕੂਲਾਂ 'ਚ ਵੀ ਬਹਿ ਕੇ ਪੜ੍ਹ ਜਾਣਾ, ਤੇ ਜਿਹਨੇ ਨਹੀਂ ਪੜ੍ਹਨਾ ਨਾ ਉਹਨੂੰ ਭਾਵੇਂ ਦੇਹਰਾਦੂਨ ਦੇ ਸਕੂਲ 'ਚ ਪਾ ਦਿਓ ਜਾਂ ਕਨਵੈਂਟ ਸਕੂਲ 'ਚ ਪਾ ਦਿਓ, ਜਿਹਦੀ ਮੈਂਟੈਲਿਟੀ ਨਹੀਂ ਹੈ ਉਹਨੇ ਉਹ ਕੰਮ ਨਹੀਂ ਕਰਨਾ। ਤੇ ਨਵਨੀਤ ਨੇ ਬਹੁਤ ਬਾਕਮਾਲ ਗੱਲ ਕਹੀ ਆ, ਜਿੱਥੇ ਸਾਨੂੰ ਮਾਣ ਹੈ ਸਾਡੀ ਇਸ ਪੰਜਾਬੀ ਕੁੜੀ ਤੇ, ਇਹਨੂੰ ਆਪਣੇ ਦੇ ਪਰਿਵਾਰ ਨੂੰ ਮਾਣ ਹੈ, ਕਿਉਂਕਿ ਪੰਜਾਬ ਦੀ ਜਿਹੜੀਆਂ ਜੜ੍ਹਾਂ ਨੇ ਉਹ ਬੜੀਆਂ ਰਿਚ ਨੇ। ਉਹਨਾਂ ਨੂੰ ਸਮਝਣ ਦੇ ਲਈ ਤੁਹਾਨੂੰ ਉੱਥੇ ਜਾ ਕੇ ਉਹਨਾਂ ਨੂੰ ਜਿਉਣਾ ਪੈਂਦਾ। ਤੇ ਜੇ ਅਸੀਂ ਇੱਥੇ ਰਹਿ ਕੇ ਫਿਲਮਾਂ ਦੇ ਕਲਚਰ ਦੇ ਬਾਰੇ ਉਹਨਾਂ ਬਾਰੇ ਦੇਖੀ ਜਾਈਏ ਵੀ ਹਾਂ ਯਾਰ ਪੰਜਾਬ 'ਚ ਇੱਦਾਂ ਹੁੰਦਾ, ਪਰ ਐਕਚੁਅਲੀ ਜਿਹੜੀ ਤਰਾਸਦੀ ਸਾਡੇ ਕਲਚਰ ਦੀ ਮੈਂ ਸਮਝਦਾ ਨਵਨੀਤ ਇਹ ਆ ਕਿ ਅਸੀਂ ਰੀਅਲ ਪਿਕਚਰ ਦਿਖਾਉਂਦੇ ਹੀ ਨਹੀਂ। ਪਰ ਉਹਦਾ ਕਾਰਨ ਮੈਨੂੰ ਅਜੇ ਤੱਕ ਨਹੀਂ ਸਮਝ ਲੱਗਿਆ, ਕਿਉਂਕਿ ਆਮ ਸ਼ੋਰ ਕਿਉਂਕਿ ਹਾਲੀਵੁੱਡ ਬਾਲੀਵੁੱਡ ਨੇ ਟੱਚ ਆਪਣਾ ਦੇਣਾ, ਉਹਨੇ ਪੈਸੇ ਬਣਾਉਣੇ ਨੇ। ਦੇ ਆਰ ਨਾਟ ਗੋਇੰਗ ਟੂ ਸ਼ੋ ਦੀ ਰਿਐਲਿਟੀ ਆਫ ਪੰਜਾਬ। ਪੰਜਾਬ ਦੀ ਰਿਐਲਿਟੀ ਜਿਹੜੀ ਉੱਥੇ ਜਾ ਕੇ ਤੁਸੀਂ ਜਾਣ ਸਕਦੇ ਹੋ, ਜਿਵੇਂ ਨਵਨੀਤ ਨੇ ਦੱਸਿਆ। ਤੇ ਲਾਸਟ ਫਿਰ ਪੰਜਾਬ 'ਚ ਕਿਹੜਾ ਵੈਂਚਰ ਕਰਕੇ ਆਏ ਹੋ? ਬਿਕਾਜ਼ ਆਈ ਨੋ ਯੂ ਟਰੈਵਲ ਆਫਟਨ। ਹਾਂਜੀ, ਮੈਂ ਲਾਸਟ ਟਾਈਮ ਗਈ ਸੀਗੀ ਕਿਸਾਨ ਮੋਰਚੇ ਨੂੰ ਸਪੋਰਟ ਕਰਨ ਲਈ। ਉੱਥੇ ਜਿੱਦਣ ਮੇਰੀ ਫਲਾਈਟ ਲੈਂਡ ਹੋਈ ਉਦਣ ਹੀ ਮੈਂ 에ਅਰਪੋਰਟ ਤੇ ਸੀਗੀ ਤੇ ਨਿਊਜ਼ ਆਉਣ ਲੱਗ ਪਈਆਂ ਕਿ ਜੀ ਲਾਜ਼ ਪਾਜ਼ ਹੋ ਗਏ। ਤਾਂ ਮੈਨੂੰ ਲੱਗਿਆ ਕਿ ਚਲੋ ਡਰ ਗਏ, ਮੇਰੇ ਆਉਣ ਤੋਂ ਪਹਿਲਾਂ ਹੀ ਡਰ ਗਏ। ਤਾਂ ਬਹੁਤ ਅੱਛਾ ਹੋਇਆ ਜਿਹੜੇ ਕਿਸਾਨ ਵੀਰ ਉੱਥੇ ਬੈਠੇ ਸੀਗੇ, ਭੈਣਾਂ ਬੈਠੀਆਂ ਸੀਗੀਆਂ, ਸਾਲ ਡੇਢ ਸਾਲ ਉਹਨਾਂ ਦਾ ਸਫਲ ਹੋਈ ਇੰਨੀ ਮਿਹਨਤ। ਸੋ ਮੈਂ ਉੱਥੇ ਫਿਰ ਜਦੋਂ ਬਾਰਡਰ ਤੇ ਗਈ ਸੀਗੀ, ਸਾਰੇ ਪਿੱਛੇ ਮੁੜਨੇ ਸ਼ੁਰੂ ਹੋ ਗਏ ਸੀਗੇ, ਆਪਾਂ ਫੇਰ ਵੀ ਗਏ। ਤੇ ਫਿਰ ਜਿਹੜੇ ਉੱਥੇ ਨੌਜਵਾਨ ਜਿਨ੍ਹਾਂ ਨੂੰ ਉੱਥੇ ਕੁਝ ਮੌਤਾਂ ਹੋਈਆਂ ਸੀਗੀਆਂ ਜਾਂਦੇ ਵੇਲੇ ਆਉਂਦੇ ਵੇਲੇ, ਮੈਂ ਉਹਨਾਂ ਦੀਆਂ ਫੈਮਲੀਜ਼ ਨੂੰ ਜਾ ਕੇ ਮਿਲੀ ਤੇ ਉਹਨਾਂ ਨੂੰ ਜੋ ਕੁਝ ਆਪਾਂ ਉਹਨਾਂ ਦੀ ਹੈਲਪ ਕਰ ਸਕੇ ਉਹ ਕੀਤੀ। ਤੇ ਉਹਨਾਂ ਨੂੰ ਆਪਾਂ ਕਿਹਾ ਕਿ ਤੁਸੀਂ ਇਕੱਲੇ ਨਹੀਂ ਹੋ, ਤੇ ਈਵਨ ਦੋ ਆਪਾਂ ਪਰਦੇਸਾਂ 'ਚ ਆ, ਸਾਡਾ ਦਿਲ ਪੰਜਾਬ 'ਚ ਹੀ ਹੈ, ਤੇ ਕਦੀ ਕੁਝ ਵੀ ਹੋਏਗਾ ਆਪਾਂ ਆਵਾਂਗੇ, ਇੱਕ ਆਏਗਾ, ਦੋ ਆਉਣਗੇ, ਤਿੰਨ, ਆਪਾਂ ਸਾਰੇ ਪਿੰਡਾਂ ਦੇ ਪਿੰਡ ਭਰ ਕੇ ਆਵਾਂਗੇ, ਅਮਰੀਕਾ ਤੋਂ ਕੈਲੀਫੋਰਨੀਆ ਦੇ ਪਿੰਡ ਆਉਣਗੇ। ਤੇ ਉਹਨਾਂ ਨੂੰ ਸਾਡੇ ਬਾਹਰ ਦਿਆਂ ਦੀ ਬਹੁਤ ਜ਼ਿਆਦਾ ਸਪੋਰਟ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਪੜ੍ਹਿਆ ਲਿਖਿਆ, ਕਿਉਂਕਿ ਇੰਡੀਆ 'ਚ ਤਾਂ ਉਹਨਾਂ ਨੂੰ ਕਹਿ ਕੇ ਕਿ ਇਹ ਅਨਪੜ੍ਹ ਨੇ ਜੀ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ, ਇਹਨਾਂ ਲਈ ਤਾਂ ਸਰਕਾਰ ਕੀ ਕਰ ਰਹੀ ਹੈ, ਇਹਨਾਂ ਨੂੰ ਸਮਝ ਨਹੀਂ ਆਉਂਦੀ। ਸੋ ਸਮਝ ਸਭ ਨੂੰ ਆਉਂਦੀ ਹੈ, ਜਸਟ ਬਿਕੋਜ਼ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ। ਸਾਡੇ ਪੁਰਖਾਂ ਦੀ ਜ਼ਮੀਨ ਹੈ, ਸਾਨੂੰ ਪਤਾ ਹੈ ਕਿ ਉਹਦੇ ਤੇ ਪੰਜਾਬ ਦੀ ਜ਼ਮੀਨ, ਮੈਨੂੰ ਪਤਾ ਨਹੀਂ ਜੇ ਲੋਕਾਂ ਨੂੰ ਪਤਾ ਹੈ ਕਿ ਨਹੀਂ, ਦ ਮੋਸਟ ਫਰਟਾਈਲ ਜ਼ਮੀਨ ਇਨ ਦ ਵਰਲਡ ਇਜ਼ ਪੰਜਾਬ। ਹਾਂਜੀ, ਤਾਂ ਉਹਨੂੰ ਪੰਜਾਬ ਨੂੰ ਸੋਨੇ ਦੀ ਚਿੜੀਆ ਐਵੇਂ ਨਹੀਂ ਕਿਹਾ ਜਾਂਦਾ। ਉਹ ਜਿਹੜੀ ਜ਼ਮੀਨ ਹੈ ਉਹ ਜੇ ਦੁਨੀਆ ਭਰ ਦੀ ਸਭ ਤੋਂ ਫਰਟਾਈਲ ਜ਼ਮੀਨ ਆ, ਤਾਂ ਤੁਸੀਂ ਸੋਚੋ ਕਿ ਉਹ ਕਿੰਨੀ ਵਧੀਆ ਜ਼ਮੀਨ ਹੋਏਗੀ। ਤੇ ਉਹ ਸਾਡੇ ਪੁਰਖਾਂ ਦੀ ਜ਼ਮੀਨ ਹੈ, ਤੇ ਆਪਾਂ ਐਵੇਂ ਕਿਵੇਂ ਦੇ ਦਈਏ ਕਿਸੇ ਤੇ ਭਰੋਸਾ ਕਰਕੇ। ਸੋ ਆਪਾਂ ਉਹਨਾਂ ਦੇ ਨਾਲ ਆ, ਤੇ ਇਹ ਮੇਰਾ ਲਾਸਟ ਟਾਈਮ ਜਦੋਂ ਆਪਾਂ ਗਈ ਸੀਗੀ, ਇਹਦੇ 'ਚ ਜਿੰਨਾ ਥੋੜਾ ਬਹੁਤਾ ਯੋਗਦਾਨ ਹੋ ਸਕਿਆ ਉਹ ਕੀਤਾ ਸੀ। ਦੇਖੋ, ਇਹ ਵੈਲ ਕਮੈਂਡੇਬਲ ਚੀਜ਼ ਹੈ ਜਿਹੜੀ ਤੁਸੀਂ ਗੱਲ ਕਹੀ ਹੈ, ਔਰ ਐਜੂਕੇਸ਼ਨਲ ਪੁਆਇੰਟ ਹੈ ਸਾਡੇ ਆਡੀਅנס ਦੇ ਵਾਸਤੇ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ that is the most fertile in the whole world। ਔਰ ਪੰਜਾਬ ਦੇ ਮੈਂ ਸਮਝਦਾ ਜਿਹੜੇ ਕੱਲੀ ਜ਼ਮੀਨ ਹੀ ਨਹੀਂ, ਜਿਹੜਾ ਉਹ ਪੰਜਾਬ ਦਾ ਅਸੀਂ ਖਾਣਾ ਖਾਂਦੇ ਆ, ਉੱਥੋਂ ਦੇ ਪੰਜਾਬੀ ਵੀ ਜਿਹੜੇ ਅਸੀਂ ਬੜੇ ਯੂਨੀਵਰਸਲ ਹੈ। ਪੰਜਾਬ ਦੇ ਲੋਕ ਵੀ ਜਿਹੜੇ ਦੁਨੀਆ ਦੇ ਵਿੱਚ ਜਿੱਥੇ ਵੀ ਗਏ ਉਹਨਾਂ ਨੇ ਆਪਣੀ ਛਾਪ ਪੂਰੀ ਛੱਡੀ ਹੈ, ਕਸਰ ਨਹੀਂ ਕਿਸੇ ਪਾਸਿਓਂ ਛੱਡੀ। ਤੇ ਕਿਸੇ ਵੀ ਵਰਗ ਦੇ ਵਿੱਚ ਆਪਾਂ ਲੈ ਲਈਏ, ਭਾਵੇਂ ਐਜੂਕੇਸ਼ਨ ਲਾਈਨ ਹੈ, ਭਾਵੇਂ ਉਹ ਐਂਟਰਟੇਨਮੈਂਟ, ਈਵਨ ਪੋਲਿਟਿਕਸ, ਆਮ ਥਿੰਕਿੰਗ, ਆਈ ਮੀਨ ਲੁੱਕ ਇਨ ਕੈਨੇਡਾ, ਲੁੱਕ ਇਨ UK, ਕਿੰਨੇ ਸਾਡੇ ਪੰਜਾਬੀ ਜਿਹੜੇ ਪੋਲਿਟਿਕਸ ਐਂਟਰ ਕਰ ਗਏ ਆ, ਉਹਨਾਂ ਨੇ ਉੱਥੇ ਜਾ ਕੇ ਵੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਵਨੀਤ, ਐਜੂਕੇਸ਼ਨ ਬਾਰੇ ਮੈਂ ਆਉਣਾ ਚਾਹੁੰਦਾ, ਤੁਹਾਡੇ ਪ੍ਰੋਫੈਸ਼ਨ ਜਿਹੜਾ ਜਿਸ ਵਿੱਚ ਤੁਸੀਂ ਆਮ ਸ਼ੋਰ ਯੂਰ PhD, ਔਰ
PhD ਹੋਣ ਦੇ ਨਾਲ ਰਿਸਪੌਂਸਿਬਿਲਿਟੀ ਬਹੁਤ ਹੁੰਦੀ ਹੈ. How are you serving your responsibility? Please explain your profession first and what responsibility do you take on at the moment? ਹਾਂਜੀ ਸੋ ਮੈਂ ਮੇਰੀ ਪੜ੍ਹਾਈ ਹੈਗੀ ਹੈ PhD in Public Health ਤੇ ਹੁਣ ਮੈਂ ਇੱਕ ਹੈਲਥ ਕੇਅਰ ਕੰਪਨੀ ਦੇ ਨਾਲ ਐਜ਼ ਅ ਅਸਿਸਟੈਂਟ ਟੂ ਦਾ ਚੀਫ ਰਿਸਕ ਆਫਿਸਰ ਲਈ ਕੰਮ ਕਰਦੀ ਹਾਂ. ਸੋ ਉਹਦੇ ਵਿੱਚ ਕੰਪਨੀ ਦੇ ਕਾਫੀ ਲੀਗਲ ਰਿਸਕ ਹੁੰਦੇ ਆ, ਹੈਲਥ ਕੇਅਰ ਵਾਈਜ਼ ਰਿਸਕ ਹੁੰਦੇ ਆ, ਪੋਪੂਲੇਸ਼ਨ ਦੇ ਕਾਫੀ ਸਾਰੇ ਰਿਸਕ ਹੁੰਦੇ ਆ. ਉਹਨਾਂ ਨੂੰ ਤੁਸੀਂ ਕਿਵੇਂ ਮਿਟੀਗੇਟ ਕਰਨਾ, ਉਹਨਾਂ ਦੀ ਬਿਜ਼ਨਸ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਤੁਸੀਂ ਕਿਹੜੀ ਪੋਪੂਲੇਸ਼ਨ ਨੂੰ ਟਾਰਗੇਟ ਕਰ ਰਹੇ ਹੋ, ਪੋਪੂਲੇਸ਼ਨ ਨੂੰ ਕਿਵੇਂ ਟਾਰਗੇਟ ਕਰਨਾ ਕਿ ਤੁਸੀਂ ਲੋਕਾਂ ਨੂੰ ਵੀ ਸਰਵ ਕਰ ਰਹੇ ਹੋ ਬਟ ਐਟ ਦੀ ਐਂਡ ਆਫ ਦ ਡੇ ਬਿਜ਼ਨਸ ਹੈ ਤਾਂ ਬਾਟਮ ਲਾਈਨ ਸਾਰੇ ਦੇਖਦੇ ਆ. ਸੋ ਬਿਜ਼ਨਸ ਨੇ ਪੈਸੇ ਵੀ ਬਣਾਉਣੇ ਆ ਪਰ ਉਹ ਐਥੀਕਲੀ ਕਿਵੇਂ ਬਣਾਉਣੇ ਆ, ਬਿਕੋਜ਼ ਹੈਲਥ ਕੇਅਰ ਅਮਰੀਕਾ ਵਿੱਚ ਕਿ ਬਹੁਤ ਇੱਦਾਂ ਦਾ ਮੁੱਦਾ ਹੈ ਜਿੱਥੇ ਤੁਹਾਨੂੰ ਬਹੁਤ ਮਿਕਸਡ ਰਿਸਪੌਂਸ ਮਿਲੇਗਾ. ਐਂਡ ਜੇ ਆਪਾਂ ਹੁਣ ਕਲਚਰ ਦੀ ਗੱਲ ਕਰ ਰਹੇ ਹਾਂ ਤੇ ਇੰਡੀਆ 'ਚ ਜਿਹੜੇ ਸਟਰਗਲਸ ਹੈਗੇ ਆ ਅਮਰੀਕਾ 'ਚ ਵੀ ਉਨੇ ਹੀ ਸਟਰਗਲਸ ਨੇ ਤੇ ਉਹ ਸ਼ਾਇਦ ਡਿਫਰੈਂਟ ਕੈਟੇਗਰੀਜ਼ ਵਿੱਚ ਸਟਰਗਲ ਨੇ. ਤਾਂ ਆਪਾਂ ਜਿੱਥੇ ਮਰਜ਼ੀ ਚਲ ਜਾਓ ਲਾਈਫ 'ਚ ਆਪਾਂ ਹਮੇਸ਼ਾ ਕਿਤੇ ਨਾ ਕਿਤੇ ਰਿਸਕ ਹੀ ਮਿਟੀਗੇਟ ਕਰ ਰਹੇ ਹੁੰਦੇ ਆ, ਕੋਸ਼ਿਸ਼ ਇਹੀ ਹੁੰਦੀ ਹੈ. ਹਾਂਜੀ ਤਾਂ ਹੁਣ ਆਪਾਂ ਆਪਣੇ ਪੰਜਾਬ ਦੇ ਵੱਖਰੇ ਰਿਸਕ ਹੈ, ਅਮਰੀਕਾ 'ਚ ਰਹਿੰਦੇ ਆ, ਦੂਜੇ ਮੁਲਕ ਇਹਨਾਂ ਦੇ ਵੱਖਰੇ ਰਿਸਕ ਹੈ. ਸੋ ਪ੍ਰੋਫੈਸ਼ਨਲੀ ਵੀ ਮੇਰਾ ਜਿਹੜਾ ਕੰਮ ਹੈ ਉਹ ਰਿਸਕ ਮਿਟੀਗੇਟ ਕਰਨਾ ਹੀ ਹੈ ਕਿ ਕਿਸੇ ਨੂੰ ਕਹੋ ਕਿ ਆਹ ਰਿਸਕ ਹੈ ਜੀ, ਇਹਨੂੰ ਕਿਵੇਂ ਮਿਟੀਗੇਟ ਕਰਨਾ ਹੈ, ਪੈਸੇ ਕਿਵੇਂ ਬਣਾਉਣੇ ਆ ਤੇ ਪੋਪੂਲੇਸ਼ਨ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ. ਕਿਉਂਕਿ ਇੱਕ ਚੀਜ਼ ਮੈਂ ਨੋਟਿਸ ਕੀਤੀ ਹੈ ਜਿੱਤੇ ਮੈਂ ਕਾਫੀ ਕੰਮ ਕਰ ਰਹੀ ਹਾਂ, ਆਪਣੀ ਏਸ਼ੀਅਨ ਪੋਪੂਲੇਸ਼ਨ ਬਹੁਤ ਵੱਧ ਗਈ ਹੈ ਅਮਰੀਕਾ 'ਚ, ਸਪੈਸ਼ਲੀ ਆਪਣੀ ਜਿਹੜੀ ਪੰਜਾਬ ਦੇ ਇੰਡੀਆ ਪਾਕਿਸਤਾਨ ਬਹੁਤ. ਪਰ ਅਮਰੀਕਾ 'ਚ ਜਿਹੜਾ ਡੇਟਾ ਹੈ ਨਾ, ਜਿਹੜੇ ਹੈਲਥ ਐਨਾਲਿਸਿਸ ਆਪਾਂ ਕਰਦੇ ਹਾਂ ਉਹ ਆਪਣੀ ਪੋਪੂਲੇਸ਼ਨ ਲਈ ਨਹੀਂ ਹੈ. ਤਨਵਨੀਤ, ਐਜੂਕੇਸ਼ਨ ਦੇ ਵਿੱਚ ਵੈਂਚਰ ਵੀ ਬਹੁਤ ਕਰ ਲਏ, ਕਮਿਊਨਿਟੀ ਸੇਵਾ ਵੀ ਬਹੁਤ ਕਰ ਲਈ ਤੇ ਇਵੈਂਚੁਅਲੀ ਮੇਨ ਗੋਲ ਕੀ ਹੈ ਨਵਨੀਤ ਚਾਹਲ ਦਾ? ਆਡੀਅנס ਨਾਲ ਉਹ ਸਾਂਝਾ ਕਰੋ. ਵਾਟ ਆਰ ਯੂ ਟ੍ਰਾਈਂਗ ਟੂ ਅਚੀਵ? ਵਾਟ ਇਜ਼ ਦ ਪੀਕ ਪੁਆਇੰਟ? ਪੀਕ ਪੁਆਇੰਟ ਇਹ ਹੈ ਕਿ ਆਪਣੀ ਪਹਿਚਾਨ ਬਣਾਉਣੀ ਹੈ ਇਸ ਕੰਟਰੀ 'ਚ, ਆਪਣੀ ਛਾਪ ਛੱਡ ਕੇ ਜਾਣੀ ਹੈ. ਹਾਂਜੀ ਬਿਲਕੁਲ. ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਇਕੱਲੇ ਮੇਰੇ ਫੈਮਿਲੀ ਫਰੈਂਡਸ ਨਾ ਰੋਣ, ਥੋੜੇ ਬਹੁਤੇ ਹੋਰ ਲੋਕ ਵੀ ਹੋਣ ਜਿਹੜੇ ਇਹਨਾਂ ਦੁੱਖ ਹੋਵੇ ਮੇਰੇ ਜਾਣ ਦਾ. ਸੋ ਆਈ ਥਿੰਕ ਮੇਨ ਗੋਲ ਉਹ ਹੈ. ਠੀਕ ਹੈ ਵੀ ਜਾਣੀ ਤੁਸੀਂ ਕੁਝ ਐਸਾ ਕਰ ਜੋ ਵੀ ਜਿਹਨੂੰ ਲੋਕ ਯਾਦ ਕਰਨ. ਇਵੈਂਚੁਅਲੀ ਯੂ ਵਾਂਟ ਟੂ ਲੀਵ ਅ ਲੈਗੇਸੀ ਬਿਹਾਈਂਡ. ਹਾਂਜੀ, ਕਿਉਂਕਿ ਲੋਕ ਉਹਨਾਂ ਨੂੰ ਯਾਦ ਕਰਦੇ ਜਿਨ੍ਹਾਂ ਦੀ ਕੋਈ ਲੈਗੇਸੀ ਹੁੰਦੀ ਹੈ, ਜਿਹਨੂੰ ਅਸੀਂ ਬਾਅਦ ਚ ਫੋਲੋ ਕਰ ਸਕਦੇ, ਜਿਹਨਾਂ ਨੇ ਕੁਝ ਪੋਜ਼ਿਟਿਵ ਕੀਤਾ ਹੁੰਦਾ. ਹਾਂਜੀ, ਮੈਂ ਆਪਣੇ ਕਲਚਰ ਲਈ ਮੈਂ ਬਹੁਤ ਆਈ ਐਮ ਵੈਰੀ ਪ੍ਰਾਊਡ ਆਫ ਬੀਇੰਗ ਅ ਪੰਜਾਬੀ. ਮੈਂ ਵਰਡਸ ਵਿੱਚ ਬਿਆਨ ਨਹੀਂ ਕਰ ਸਕਦੀ ਤੇ ਮੈਂ ਚਾਹੁੰਦੀ ਹਾਂ ਕਿ ਹੁਣ ਆਪਾਂ ਇੱਥੇ ਆਏ ਆ ਐਂਡ ਪੰਜਾਬ ਇਜ਼ ਲਾਈਕ ਅ ਫੀਨਿਕਸ. It always rises and I want that phoenix to rise in United States and that's the goal I'm working towards. ਨਵਨੀਤ, ਆਪਾਂ ਗੱਲ ਹੁਣ ਐਜੂਕੇਸ਼ਨ ਦੀ ਵੀ ਕਰ ਲਈ, ਕਲਚਰ ਦੀ ਵੀ ਕਰ ਲਈ, ਹੁਣ ਸਾਰੇ ਸਵਾਲ ਜਿਹੜੇ ਨਿੱਜੀ ਵੀ ਕਰ ਲਈਏ. ਤੁਸੀਂ ਤਿਆਰ ਹੋ? ਹਾਂਜੀ ਬਿਲਕੁਲ. Explain yourself in one word. Brilliant. Wow. ਵਾਕਈ ਤੁਸੀਂ brilliant ਹੋ. ਕਿਉਂਕਿ I stole that question from Oprah Winfrey because she always asked that. Because I think that is one of the toughest interview questions. ਤੁਸੀਂ ਇੰਟਰਵਿਊ ਵੀ ਤੁਸੀਂ ਫੇਸ ਕੀਤੇ ਨੇ ਆਪਣੀ ਲਾਈਫ ਦੇ ਵਿੱਚ. ਇਹ ਸਵਾਲ ਮੈਨੂੰ ਵੀ ਪੁੱਛਿਆ ਗਿਆ ਸੀਗਾ and I was like transparency. ਵੀ ਜੋ ਮੈਂ ਹਾਂ ਪਿੱਠ ਪਿੱਛੇ ਉਹ ਮੈਂ ਚਿਹਰੇ ਦੇ ਅੱਗੇ ਵੀ ਹਾਂ. Now, if you were to talk, explain yourself in a slogan, what do you follow? A slogan, that famous line you always like to follow. I truly believe and I live by the line by Disney ki you need to have the courage to follow your dreams and you will achieve them. ਨਵਨੀਤ, courage ਦੀ ਆਪਾਂ ਗੱਲ ਕੀਤੀ ਹੈ. Competition life ਜਿਹੜਾ ਹੈ itself is a competition. ਫਿਰ ਆਪਾਂ ਕਰਾਊਨ ਮੈਚ ਦੇਖ ਰਹੇ ਹਾਂ ਆਪਣੇ ਵਿੱਚ ਪਿਆ ਜਿਹਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰੈਪਰੈਜ਼ੈਂਟ ਕੀਤਾ. ਕਿਵੇਂ ਫਿਰ ਸਬਬ ਬਣਿਆ ਕਿ ਕਿਮੀ ਵਰਮਾ ਹੁਣ ਦੀ ਪ੍ਰੋਡਕਸ਼ਨਸ ਦੇ ਵਿੱਚ ਜਿਹੜਾ ਪੈਜੈਂਟ ਜਿਹੜਾ ਸੀਗਾ ਪਿਛਲੇ ਸਾਲ ਹੋਇਆ ਵੀ ਉਹ 'ਚ ਮੈਂ ਪਾਰਟਿਸਿਪੇਟ ਕਰਾਂ? ਆਈ ਥਿੰਕ ਜਿਵੇਂ ਕਿ ਇੱਕ ਹਰ ਛੋਟੀ ਕੁੜੀ ਦਾ ਸੁਪਨਾ ਹੁੰਦਾ ਹੈ ਜਦੋਂ ਆਪਾਂ ਫਿਲਮਾਂ 'ਚ ਕੁੜੀਆਂ ਨੂੰ ਦੇਖਦੇ ਹਾਂ ਜਾਂ ਰਨਵੇ ਤੇ ਦੇਖਦੇ ਹਾਂ ਕਿ ਕਾਸ਼ ਆਪਾਂ ਵੀ ਇੱਦਾਂ ਦਾ ਕੁਝ ਕਰੀਏ, ਬਟ ਉਹ ਸਬਬ ਬਣਦਾ ਨਹੀਂ ਹੈ ਬਿਕੋਜ਼ ਸਾਡੇ ਪੇਰੈਂਟਸ ਇੰਨੇ ਫੋਕਸਡ ਹੁੰਦੇ ਆ ਸਾਨੂੰ ਪੜ੍ਹਾਉਣ ਤੇ, ਵਧੀਆ ਐਜੂਕੇਸ਼ਨ ਦੇਣ ਤੇ ਨਾਲੇ ਇੱਕ ਪੈਜੈਂਟਸ ਦੇ ਨਾਲ ਨਾ ਇੱਕ ਥੋੜਾ ਜਿਹਾ ਫੀਅਰ ਵੀ ਜੁੜਿਆ ਹੋਇਆ ਹੈ. ਤਾਂ ਪੇਰੈਂਟਸ ਉਹ ਤੁਹਾਨੂੰ ਕਦੀ ਪਰਸਿਊ ਨਹੀਂ ਕਰਨ ਦਿੰਦੇ ਤੇ ਜਦੋਂ
ਕਿਵੇਂ ਮੈਮ ਨੇ ਦੱਸਿਆ ਕਿ ਉਹ ਪੈਜੈਂਟ ਕਰਾ ਰਹੇ ਨੇ ਐਂਡ ਉਹ ਸਾਰੇ ਪੈਜੈਂਟਸ ਤੋਂ ਡਿਫਰੈਂਟ ਹੋਏਗਾ ਤੇ ਐਦਾਂ ਦੀ ਡਰ ਵਾਲੀ ਕੋਈ ਗੱਲ ਨਹੀਂ, ਇਟਸ ਅ ਫੈਮਿਲੀ ਪੈਜੈਂਟ। ਤਾਂ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਸਕੂਨ ਜਿਹਾ ਮਿਲਿਆ ਕਿ ਸਾਡੇ ਵਰਗੀਆਂ ਕੁੜੀਆਂ ਵੀ ਉਹ ਕਰ ਸਕਦੀਆਂ ਨੇ ਜਿਨ੍ਹਾਂ ਨੂੰ ਕੋਈ ਕੁਐਸਚਨ ਨਹੀਂ ਕਰੇਗਾ, ਕਿਉਂਕਿ ਆਪਣੀ ਕਮਿਊਨਿਟੀ 'ਚ ਕੁਐਸਚਨ ਬਹੁਤ ਹੁੰਦੇ ਆ। I mean, speaking of questions, I'm sure you had questions from the family. You were already married, you had to participate in the Mrs. category. ਫਿਰ ਕਿਹੋ ਜਿਹੀ ਫੈਮਿਲੀ ਸਪੋਰਟ ਕਿਵੇਂ ਮਿਲਦੀ ਆ, ਫਿਰ ਆਪਣੇ ਸਪਾਊਸ ਦੀ ਸਪੋਰਟ ਕਿਵੇਂ ਮਿਲਦੀ ਆ? ਮੇਰੇ ਫੈਮਿਲੀ ਜਿੱਦਾਂ ਮੇਰੇ ਪੇਰੈਂਟਸ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਵਿਆਹ ਤੋਂ ਬਾਅਦ ਜੋ ਕਰਨਾ ਵਿਆਹ ਤੋਂ ਬਾਅਦ ਕਰਿਓ ਜੀ, ਕਿਉਂਕਿ ਉਹਦੇ ਨਾਲ ਫਿਰ ਸਾਨੂੰ ਕਿਸੇ ਨੂੰ ਆਨਸਰ ਨਹੀਂ ਕਰਨਾ ਪਏਗਾ ਕਿ ਤੁਹਾਡੀ ਕੁੜੀ ਇਦਾਂ ਕਿਉਂ ਕਰਦੀ ਹੈ, ਵਿੱਚ ਮੁੰਡੇ ਨੂੰ ਨਹੀਂ ਕਦੀ ਪੁੱਛਿਆ ਜਾਂਦਾ ਪਰ ਕੁੜੀ ਨੂੰ ਪੁੱਛਿਆ ਜਾਂਦਾ ਹੈ। ਸੋ ਆਈ ਥਿੰਕ ਜਿੱਦਾਂ ਆਪਾਂ ਕਹਿ ਦੋ ਕਿ ਆਪਾਂ ਲੜਦੇ ਵੀ ਸੀਗੇ ਪੇਰੈਂਟਸ ਨੂੰ ਕਿ ਸਾਡੇ ਨਾਲ ਇਦਾਂ ਕਿਉਂ ਹੁੰਦਾ ਹੈ, ਮੁੰਡਿਆਂ ਨੂੰ ਕਿਉਂ ਨਹੀਂ ਕਹਿੰਦੇ, ਬਟ ਆਪਣੀ ਸੁਸਾਇਟੀ ਇਦਾਂ ਦੀ ਹੈ ਕਿ ਉਹ ਕੁਝ ਕਰ ਨਹੀਂ ਸਕਦੇ ਇਸ ਬਾਰੇ। ਫਿਰ ਮੈਨੂੰ ਤਾਂ ਜਦੋਂ ਸ਼ੁਰੂ ਤੋਂ ਇਹ ਕਹਿੰਦੇ ਸੀਗੇ ਕਿ ਵਿਆਹ ਤੋਂ ਬਾਅਦ ਜੋ ਮਰਜ਼ੀ ਕਰਿਓ, ਤਾਂ ਫਿਰ ਮੈਨੂੰ ਸੀਗਾ ਕਿ ਓਕੇ ਹੁਣ ਘਰਦਿਆਂ ਦੀ ਜਿਹੜੇ 5-6 ਜਣੇ ਘਰ ਨੇ ਉਹਨਾਂ ਦੀ ਪਰਮਿਸ਼ਨ ਨਹੀਂ ਲੈਣੀ ਪੈਣੀ ਜੀ, ਆਪਣੇ ਮੰਮੀ ਪਾਪਾ ਭਰਾ ਭਾਬੀਆਂ ਭੂਆ ਜੀ ਹੁਣੀ, ਹੁਣ ਉਹਨਾਂ ਦੀ ਪਰਮਿਸ਼ਨ ਹੁਣ ਸਿਰਫ ਇੱਕ ਬੰਦੇ ਨੂੰ ਤਿਆਰ ਕਰਨਾ ਪੈਣਾ ਹੈ, ਹਸਬੈਂਡ ਨੂੰ। ਹਾਂਜੀ, ਐਂਡ ਹੀ ਵਾਸ ਵੈਰੀ ਸਪੋਰਟਿਵ। ਵਾਹ। ਤੇ ਜਦੋਂ ਆਪਾਂ ਪੈਜੈਂਟ ਦੀ ਆਪਾਂ ਗੱਲ ਕਰਦੇ ਹਾਂ, ਸਟੈਪ ਅਨਦਰ ਕੁਐਸਚਨ, ਵੂਮਨ ਐਮਪਾਵਰਮੈਂਟ ਦੀ ਗੱਲ ਹੋਈ, ਹਾਊ ਡਸ ਨਵਨੀਤ ਫੇਸ ਔਰ ਰਿਲੇਟ ਟੂ ਵੂਮਨ ਐਮਪਾਵਰਮੈਂਟ? ਵਾਟ ਇਜ਼ ਯੋਰ ਪਰਸਪੈਕਟਿਵ? ਮੈਨੂੰ ਇਹ ਲੱਗਦਾ ਹੈ ਐਂਡ ਬਹੁਤ ਸਟਰੋਂਗਲੀ ਲੱਗਦਾ ਹੈ ਕਿ ਇਹ ਦੁਨੀਆ 'ਚ ਚੱਲਦੀ ਹੈ ਤਾਂ ਵੂਮਨ ਦੇ ਸਿਰ ਤੇ ਚੱਲਦੀ ਹੈ। ਜਿਵੇਂ ਇੰਗਲਿਸ਼ 'ਚ ਵੀ ਕਹਿੰਦੇ ਨੇ, ਇਟਸ ਦ ਵੂਮਨ ਹੂ ਰਨ ਦ ਵਰਲਡ। ਨਥਿੰਗ ਅਗੇਂਸਟ ਮੈਨ, ਤੁਸੀਂ ਵੀ ਬਹੁਤ ਸਾਰੇ ਜ਼ਰੂਰੀ ਨੇ, ਨਹੀਂ ਤੁਸੀਂ ਵੀ ਬਹੁਤ ਜ਼ਰੂਰੀ ਹੋ, ਬਟ ਮੈਨੂੰ ਲੱਗਦਾ ਹੈ ਇੱਕ ਜਿਹੜੀ ਵੂਮਨ ਹੈ ਉਹ ਮਾਂ ਵੀ ਬਣਦੀ ਹੈ, ਉਹ ਧੀ ਵੀ ਬਣਦੀ ਹੈ, ਉਹ ਫਿਰ ਅੱਗੇ ਜੌਬ ਵੀ ਕਰਦੀ ਹੈ, ਉਹ ਘਰ ਵੀ ਦੇਖਦੀ ਹੈ, ਤੇ ਇੰਨਾ ਕੁਝ ਜੇ ਬੰਦਿਆਂ ਨੂੰ ਕਰਨਾ ਪੈ ਜੇ ਨਾ, ਮੈਨੂੰ ਲੱਗਦਾ ਬੰਦਿਆਂ ਨੂੰ 2 ਕੰਮ ਦੱਸ ਦੋ ਤੇ ਉਹ ਗੁੱਸਾ ਹੋ ਜਾਂਦੇ ਆ, ਹੱਥ ਖੜੇ ਆ ਜੀ। ਤੇ ਹਾਂਜੀ, ਤੇ ਆਈ ਥਿੰਕ ਉਹ ਜਿਹੜਾ ਪੇਸ਼ੈਂਸ ਹੈ ਨਾ, ਉਹ ਰੱਬ ਨੂੰ ਪਤਾ ਸੀਗਾ ਕਿ ਉਹ ਪੇਸ਼ੈਂਸ ਸਿਰਫ ਇੱਕ ਜਨਾਨੀ ਦਾ ਹੀ ਹੋ ਸਕਦਾ ਹੈ। ਵਾਹ। ਨਵਨੀਤ, ਆਪਾਂ ਵੂਮਨ ਐਮਪਾਵਰਮੈਂਟ ਦੀ ਗੱਲ ਕਰ ਰਹੇ ਹਾਂ। I have another follow-up question. ਪੈਜੈਂਟ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ, do you believe that more girls in our culture should come forward? More families should be supportive of them to participate in competitions such as these pageants as well? Absolutely. I think ਆਪਾਂ ਬਹੁਤ sheltered ਰੱਖਦੇ ਆ ਆਪਣੀਆਂ ਧੀਆਂ ਭੈਣਾਂ ਨੂੰ, so I think pageant gives them that exposure that they need। ਕਿਉਂਕਿ ਤੁਸੀਂ ਕਿੰਨੇ ਵੀ ਪੜ੍ਹੇ ਲਿਖੇ ਹੋ, ਤੁਸੀਂ ਕਿੰਨੇ ਵੀ ਸੋਹਣੇ ਹੋ, ਜੋ ਤੁਸੀਂ ਸਟੇਜ ਤੇ ਜਾਂਦੇ ਹੋ ਨਾ, ਜੋ ਤੁਹਾਨੂੰ ਲੋਕੀ ਜਦੋਂ ਐਪਰੀਸ਼ੀਏਟ ਕਰਦੇ ਆ, ਉਹ ਜਿਹੜਾ ਲੈਵਲ ਆਫ ਕੌਨਫੀਡੈਂਸ ਹੈ ਨਾ, ਉਹ ਕਿਤੇ ਹੋਰ ਹੀ ਚਲਾ ਜਾਂਦਾ ਹੈ। ਸੋ ਅ ਬਿਗ ਥੈਂਕਸ ਟੂ ਕਿਮੀ ਮੈਮ। ਮੈਨੂੰ ਲੱਗਦਾ ਉਹਨਾਂ ਨੂੰ ਇਹ ਪੈਜੈਂਟ ਕਰਾਉਂਦੇ ਰਹਿਣਾ ਚਾਹੀਦਾ ਹੈ, ਹਰ ਥਾਂ ਤੇ ਕਰਨਾ ਚਾਹੀਦਾ, ਤੇ ਹਰ ਕੁੜੀ ਨੂੰ, ਹਰ ਧੀ ਭੈਣ ਨੂੰ ਇਹ ਪੈਜੈਂਟ 'ਚ ਜ਼ਰੂਰ ਪਾਰਟਿਸਿਪੇਟ ਕਰਨਾ ਚਾਹੀਦਾ ਹੈ, ਬਿਕੋਜ਼ ਸਾਡਾ ਸੈਲਫ ਕੌਨਫੀਡੈਂਸ ਗੋਜ਼ ਥਰੂ ਦ ਰੂਫ। ਪਾਰਟਿਸਿਪੈਂਟ ਤੁਸੀਂ ਗੱਲ ਕੀਤੀ, ਆਈ ਵਾਂਟ ਟੂ ਲੈਟ ਆਡੀਅੰਸ ਨੋ, ਇੱਕ ਐਜੂਕੇਸ਼ਨਲ ਪੁਆਇੰਟ ਵੀ ਹੈ ਕਿ ਪਾਰਟਿਸਿਪੇਟਿੰਗ ਇਨ ਇਟਸੈਲਫ ਇਜ਼ ਅ ਕੰਪੀਟੀਸ਼ਨ। ਹਰ ਪਾਰਟਿਸਿਪੈਂਟ ਜਿਹੜਾ ਆਪਣੇ ਆਪ ਨੂੰ ਜੇਤੂ ਮਹਿਸੂਸ ਕਰਨਾ ਚਾਹੀਦਾ, ਕਿਉਂਕਿ ਸਟੇਜ ਦੇ ਉੱਤੇ ਜਾਣਾ ਹੀ ਇੱਕ ਜਿੱਤ ਹੈ। ਸਟੇਜ ਫੋਬੀਆ ਜਿਹੜਾ ਹੈ, ਇਟ ਮਸਟ ਬੀ ਸਮਥਿੰਗ ਦੈਟ ਵੀ ਮਸਟ ਟਰਾਈ ਟੂ ਗੈਟ ਰਿਡ ਆਫ। ਤੇ ਕਲੋਜ਼ਿੰਗ ਦੇ ਵਿੱਚ ਮੈਂ ਜਾਣਨਾ ਚਾਹੁੰਦਾ, ਨਵਨੀਤ, ਇਨ ਫਿਊਚਰ what are your plans just in general? What are you trying to achieve in the near future? ਸੋ ਜਿਵੇਂ ਮੈਂ ਤੁਹਾਨੂੰ ਕਿਹਾ, ਮੈਂ ਬਹੁਤ ਫੋਕਸਡ ਹਾਂ ਪੰਜਾਬੀ ਯੂਥ ਨੂੰ ਅੱਗੇ ਲੈ ਕੇ ਆਉਣ ਲਈ। ਸੋ ਡੈਫੀਨੇਟਲੀ ਬਹੁਤ ਵੱਡਾ ਗੋਲ ਹੈਗਾ ਇਨ ਦ ਨੈਕਸਟ 1 year 2 year 5 years ਕਿ ਜਿਹੜੇ ਆਪਣੇ ਯੂਥ ਹੈ ਨਾ, ਉਹ ਪੰਜਾਬੀ ਕਲਚਰ ਨਾਲ ਜੁੜਨ ਫਰੋਮ ਐਵਰੀ ਐਸਪੈਕਟ, ਭਾਵੇਂ ਉਹ ਪੈਜੈਂਟ ਹੋਵੇ, ਭਾਵੇਂ ਗਿੱਧਾ ਹੋਵੇ, ਭੰਗੜਾ ਹੋਵੇ, ਪੰਜਾਬੀ ਸਪੋਰਟਸ ਹੋਣ, ਪੰਜਾਬੀ ਬੋਲੀ ਹੋਵੇ, ਪੰਜਾਬੀ ਫੂਡ ਹੋਵੇ। ਮੈਂ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਆਪਣਾ ਪੰਜਾਬੀ ਖਾਣਾ ਕੀ ਹੈ, ਬਣਾਉਣਾ ਕਿਵੇਂ ਹੈ, ਆਪਣੇ ਵੈਲਿਊਜ਼ ਕੀ ਨੇ, ਕਿਉਂਕਿ ਪੰਜਾਬ ਦਾ ਜਿਹੜਾ ਕਲਚਰ ਹੈ, ਇਟਸ ਵਨ ਆਫ ਦ ਰਿਚੈਸਟ ਕਲਚਰਸ ਇਨ ਦ ਵਰਲਡ, ਜੋ ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਨੂੰ ਇਹ ਪਤਾ ਨਹੀਂ ਹੈ। ਐਂਡ ਇਟ ਇਜ਼ ਬਿਕੋਜ਼ ਆਫ ਦ ਪੇਰੈਂਟਸ, ਕਿਉਂਕਿ ਪੇਰੈਂਟਸ ਐਜੂਕੇਟ ਨਹੀਂ ਕਰਦੇ ਇੰਨਾ ਆਪਣੇ ਯੂਥ ਨੂੰ। ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿੰਨੇ ਜ਼ਿਆਦਾ ਅਮੀਰ ਕਲਚਰ ਤੋਂ ਆ, ਆਪਾਂ ਕਿੰਨੇ ਜ਼ਿਆਦਾ ਰਾਇਲ ਕਲਚਰ ਤੋਂ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੱਗ ਕੀ ਹੁੰਦੀ ਹੈ, ਪਟਕਾ ਕਿਉਂ ਬੰਨਦੇ ਆ, ਆਪਾਂ ਕੇਸ ਕਿਉਂ ਰੱਖਦੇ ਆ, ਤੇ ਜੇ ਉਹ ਨਹੀਂ ਵੀ ਕਰਨਾ ਚਾਹੁੰਦੇ, ਦੈਟਸ ਐਕਸੈਪਟੇਬਲ, ਬਟ ਨੋ ਯੋਰ ਰੂਟਸ। ਫਿਰ ਇੱਥੇ ਜਿੱਦਾਂ ਅਮਰੀਕਾ 'ਚ ਆਪਾਂ ਬੁਲਿੰਗ ਦੀ ਗੱਲ ਕਰਦੇ ਆ, ਰਾਈਟ, ਮੈਂ ਦੇਖਿਆ ਬਹੁਤ ਸਾਰੇ ਬੱਚੇ ਪੰਜਾਬੀ ਨਹੀਂ ਬੋਲਣਾ ਚਾਹੁੰਦੇ ਜਾਂ ਪਟਕਾ ਨਹੀਂ ਬੰਨਣਾ ਚਾਹੁੰਦੇ, ਕਿਉਂਕਿ ਉਹ ਬੁਲੀ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਪਾਂ ਡਿਫਰੈਂਟ ਆ। ਹਾਂਜੀ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੀਇੰਗ ਡਿਫਰੈਂਟ ਇਜ਼ ਗ੍ਰੇਟ, ਬੀਇੰਗ ਡਿਫਰੈਂਟ ਇਜ਼ ਅ ਗਿਫਟ, ਐਂਡ ਦੈਟਸ ਵਾਟ ਆਈ ਟੈਲ ਮਾਈ ਨੈਫਿਊਜ਼ ਐਟ ਹੋਮ ਕਿ ਤੁਹਾਡੇ ਕਲਾਸਮੇਟ ਸ਼ਾਇਦ ਇੱਕ ਭਾਸ਼ਾ ਬੋਲ
ਸਕਦੇ ਹੋ ਜਾਂ 2 ਤੁਸੀਂ ਤਿੰਨ ਭਾਸ਼ਾ ਬੋਲ ਸਕਦੇ ਹੋ, ਹਿੰਦੀ, ਪੰਜਾਬੀ, ਇੰਗਲਿਸ਼। ਸੋ ਵੀ ਆਰ ਡਿਫਰੈਂਟ ਐਂਡ ਲੈਟਸ ਬੀ ਪ੍ਰਾਊਡ ਟੂ ਬੀ ਡਿਫਰੈਂਟ। ਸੋ ਵੇਅਰਐਵਰ ਵੀ ਗੋ ਵੀ ਸ਼ੁੱਡ ਸਪਰੈਡ ਪੰਜਾਬੀਅਤ। ਵਾਹ ਵਾਹ ਵਾਹ, ਬਹੁਤ ਅੱਛਾ ਕਲੋਜ਼ਿੰਗ ਰਿਮਾਰਕਸ ਦਿੱਤੇ ਆ ਨਵਨੀਤ ਚਾਹਲ ਉਹਨਾਂ ਨੇ। ਦੋਸਤੋ, ਇਹੋ ਜਿਹੇ ਗੈਸਟ ਜਿਹੜੇ ਆ ਉਹ ਤੁਹਾਡੇ ਵਿਹੜੇ ਕਿਤੇ ਕਿਤੇ ਆਉਂਦੇ, ਜਿਹੜੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਔਰ ਕਲਚਰ ਰੂਟਸ ਦੇ ਵਿੱਚ ਵੀ ਇੱਕ ਤਰੇਲ ਵਾਂਗ ਭਿੱਜੇ ਹੁੰਦੇ ਆ ਔਰ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾਉਂਦੇ ਆ ਹਰ ਵਰਗ ਦੇ ਵਿੱਚ। ਤੇ ਅਗਲੇ ਹਫਤੇ ਮਿਲਾਂਗੇ ਇੱਕ ਹੋਰ ਨਵੇਂ ਗੈਸਟ ਦੇ ਨਾਲ ਜੋ ਸਾਡੇ ਲਈ ਹਮੇਸ਼ਾ ਹੀ ਸੈਲੀਬ੍ਰਿਟੀ ਦੇ ਤੌਰ ਤੇ ਹੁੰਦੇ ਨੇ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਹੋਣ। ਤਦ ਤੱਕ ਦੇ ਲਈ ਮੈਂ ਸਨੀ ਬੱਬਰ ਇਜਾਜ਼ਤ ਲੈਣਾ। ਦੇਖਦੇ ਰਹੋ ਪ੍ਰੋਗਰਾਮ ਫੇਸ ਟੂ ਫੇਸ ਅੰਡਰ ਕਿਮੀ ਵਰਮਾ ਪ੍ਰੋਡਕਸ਼ਨਸ। ਪਿਆਰ ਭਰੀ ਸਤਿ ਸ਼੍ਰੀ ਅਕਾਲ।